ਜਿਹੜਾ ਸਾਡਾ ਸਿਸਟਮ ਆ ਇਹ ਸਾਰਾ ਪੈਸੇ ਦਾ ਪੀਰ ਆ। ਪੈਸੇ ਹੋਣਗੇ ਤਾਂ ਹੀ ਸਿਸਟਮ ਚੱਲ ਪਾਉਂਦੇ ਆ। ਰਾਤ ਨੂੰ ਕੁੜੀ ਦਾ ਰੇਪ ਹੋਇਆ ਤੇ ਸਾਰਿਆਂ ਵੱਲੋਂ ਇਹ ਆ ਅੱਛਾ ਉਹ ਰਾਤ ਨੂੰ ਕੀ ਕਰਦੀ ਸੀ, ਉਹ ਮੁੰਡੇ ਨਾਲ ਕਿਉਂ ਸੀ, ਇਹਨਾਂ ਦੇ ਕੱਪੜੇ ਨਹੀਂ ਠੀਕ ਹੈਗੇ, ਇਹਨਾਂ ਦੇ ਰਹਿਣਾ ਬਹਿਣਾ ਨਹੀਂ ਸਹੀ ਹੈਗਾ, ਅੱਛਾ ਇਹ ਮੁੰਡਿਆਂ ਦੇ ਵਿੱਚ ਕਰਦੀਆਂ ਕੀ ਹੈ, ਰਾਤ ਨੂੰ ਤੁਰ ਫਿਰ ਕਿਉਂ ਰਹੀਆਂ ਨੇ, ਜਾਂ ਮਤਲਬ ਉਹਨਾਂ ਦੀ ਖਾਣ ਪੀਣ ਦੀਆਂ ਆਦਤਾਂ ਕੀ ਆ। ਇਹਨਾਂ ਚੀਜ਼ਾਂ ਕਰਕੇ ਇਹ ਜੁਰਮ ਨੂੰ ਸੱਦਾ ਦਿੰਦੀਆਂ ਨੇ। ਤੇ ਕੁੜੀ ਦੇ ਜੀਨ ਵੀ ਪਾਈ ਹੋਊਗੀ ਨਾ, ਉਹਦਾ ਵੀ ਅੱਖਾਂ ਦੇ ਨਾਲ ਸਕੈਨਿੰਗ ਕਰਦੇ ਅੱਖਾਂ ਨਾਲ ਰੇਪ ਕਰ ਦਿੱਤਾ ਜਾਂਦਾ ਆ। ਮਰਜ਼ੀ ਤੋਂ ਬਿਨਾਂ ਹਸਬੈਂਡ ਵੀ ਆਪਣੀ ਵਾਈਫ ਨੂੰ ਟੱਚ ਨਹੀਂ ਕਰ ਸਕਦਾ ਹੈਗਾ, ਕਿਉਂਕਿ ਮਰਜ਼ੀ ਆ। ਸਮਝੇ ਤੁਸੀਂ? ਕੁੜੀ ਵਾਲਾ ਕੇਸ ਹੁੰਦਾ, ਕਹਿਣਗੇ ਜੀ ਕੁੜੀ ਦਾ ਵਿਆਹ ਨਹੀਂ ਹੋਊਗਾ, ਕੁੜੀ ਨੂੰ ਸੁਸਾਇਟੀ ਗਲਤ ਨਜ਼ਰ ਨਾਲ ਦੇਖਣ ਲੱਗ ਜਾਂਦੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਤੇ ਜਿਵੇਂ ਕਿ ਮੈਂ ਕਿਹਾ ਸੀਗਾ ਕਿ ਆਲਮੋਸਟ ਵੈਸੇ ਤਾਂ ਟਾਈਮ ਨਹੀਂ ਲੱਗਦਾ, ਤਾਂ ਹਰ ਸੰਡੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਲਾਈਵ ਜ਼ਰੂਰ ਆਇਆ ਕਰਾਂਗੇ। ਸੋ ਪਹਿਲਾਂ ਮੈਂ ਇੰਟਰੋਡਕਸ਼ਨ ਕਰਦੀ ਹਾਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਤਾਂ ਬਚਪਨ ਬਚਾਓ ਮੁਹਿੰਮ ਚਲਾਈ ਹੋਈ ਹੈ, ਦੂਜੀ ਫਾਈਟ ਫॉर ਰਾਈਟ। ਜਿਹੜੀ ਬਚਪਨ ਬਚਾਓ ਮੁਹਿੰਮ ਆ ਉਹਦੇ ਅਧੀਨ ਜਿਹੜੇ ਚਾਈਲਡ ਵਿਕਟਮ ਹੁੰਦੇ ਨੇ, ਜਿਹੜੇ ਛੋਟੇ ਬੱਚੇ ਹੁੰਦੇ ਨੇ, ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਜੁਰਮ ਹੁੰਦਾ ਆ ਉਹਦੇ ਲਈ ਬੱਚਿਆਂ ਨੂੰ ਜਾਗਰੂਕ ਕਰਨਾ ਕਿ ਉਹਨਾਂ ਨੇ ਉਸ ਜੁਰਮ ਤੋਂ ਬਚਣਾ ਕਿਵੇਂ ਆ, ਤੇ ਜੁਰਮ ਹੁੰਦਾ ਕਿ ਉਸ ਬਾਰੇ ਗਾਈਡ ਕਰਨਾ। ਸਕੂਲਾਂ ਦੇ ਵਿੱਚ ਹੁੰਦਾ, ਹੁਣ ਕਰੋਨਾ ਵਾਲੇ ਸੀਨ ਕਰਕੇ ਸਕੂਲਸ ਬੰਦ ਪਏ ਨੇ ਤੇ ਸੋ ਬੱਚਿਆਂ ਨੂੰ ਉੱਦਾਂ ਗਾਈਡ ਨਹੀਂ ਕਰ ਪਾ ਰਹੇ। ਸੋ ਉਹ ਮੁਹਿੰਮ ਰੁਕੀ ਹੋਈ ਆ। ਤੇ ਦੂਜਾ ਜਿਹੜੀ ਫਾਈਟ ਫॉर ਰਾਈਟ ਹੈਗੀ ਆ, ਉਹਦਾ ਬੇਸਿਕ ਮਕਸਦ ਹੈਗਾ ਜਿਹੜੇ ਅਨਹਰਡ ਵਿਕਟਮਸ ਹੁੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਲੀਗਲ ਸਪੋਰਟ ਕਰਨਾ। ਤੇ ਕਿਉਂਕਿ ਮੈਂ ਪਹਿਲਾਂ ਵੀ ਬੋਲਿਆ ਕਿ ਮੈਂ ਆਪਣੇ ਮੇਨ ਟੌਪਿਕ ਤੇ ਜਾਣ ਤੋਂ ਪਹਿਲਾਂ ਕੁਝ ਚੀਜ਼ਾਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਫਾਈਟ ਫॉर ਰਾਈਟ ਆ ਤੇ ਬਚਪਨ ਬਚਾਓ ਆ, ਇਹਦੇ ਅਧੀਨ ਜਿਹੜੇ ਵੀ ਵਿਕਟਮ ਹੁੰਦੇ ਆ ਉਹਨਾਂ ਦੀ ਜਿਹੜੀ ਮਦਦ ਆ ਉਹ ਬਿਲਕੁਲ ਮੁਫਤ ਕੀਤੀ ਜਾਂਦੀ ਆ। ਪਰ ਬਾਕੀ ਕਿਸੇ ਦੇ ਲਈ ਵੀ ਜਿਹੜੀ ਹੈਗੀ ਆ ਮੁਫਤ ਸਲਾਹ ਵੀ ਅਵੇਲੇਬਲ ਨਹੀਂ ਹੈਗੀ, ਕਿਉਂਕਿ ਆਪਣਾ ਕੰਮ ਤੇ ਆਪਣੀ ਮੁਹਿੰਮ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਹੁਣ ਅਨਹਰਡ ਵਿਕਟਮਸ ਹੁੰਦੇ ਕਿਹੜੇ ਨੇ? ਅਨਹਰਡ ਵਿਕਟਮਸ ਉਹ ਹੁੰਦੇ ਆ ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ, ਤੇ ਜਿਨ੍ਹਾਂ ਦੇ ਕਿਉਂਕਿ ਇਹ ਸਾਡਾ ਜਿਹੜੀ ਸੁਸਾਇਟੀ ਆ ਇਹ ਜਾਂ ਜਿਹੜਾ ਸਾਡਾ ਸਿਸਟਮ ਆ ਇਹ ਸਾਰਾ ਪੈਸੇ ਦਾ ਪੀਰ ਆ। ਪੈਸੇ ਹੋਣਗੇ ਤਾਂ ਹੀ ਸਿਸਟਮ ਚੱਲ ਪਾਉਂਦੇ ਆ। ਸੋ ਉਹ ਲੋਕ ਜਿਨ੍ਹਾਂ ਦੇ ਕੋਲ ਨਾ ਤਾਂ ਨੌਲੇਜ ਹੈਗੀ ਆ, ਨਾ ਉਹਨਾਂ ਕੋਲ ਪੈਸਾ ਹੈਗਾ, ਤੇ ਨਾ ਹੀ ਉਹਨਾਂ ਨੂੰ ਸਮਝ ਆਉਂਦੀ ਆ ਵੀ ਕਿੱਦਾਂ ਕੰਮ ਕੀਤਾ ਜਾ ਸਕੇ। ਸੋ ਉਹ ਹੁੰਦੇ ਆ ਅਨਹਰਡ ਵਿਕਟਮਸ, ਜਿਨ੍ਹਾਂ ਦੀ ਸੁਣਵਾਈ ਵੀ ਨਹੀਂ ਕਿਤੇ ਹੁੰਦੀ। ਸੋ ਉਹਨਾਂ ਦੀ ਮਦਦ ਕਰਨ ਲਈ ਇਹ ਜਿਹੜੀ ਫਾਈਟ ਫॉर ਰਾਈਟ ਤੇ ਬਚਪਨ ਬਚਾਓ ਮੁਹਿੰਮਾਂ ਜਿਹੜੀਆਂ ਚਲਾਈਆਂ ਗਈਆਂ। ਹੁਣ ਜਿਹੜਾ ਟੌਪਿਕ ਸੀਗਾ ਅੱਜ ਦਾ, ਵਿਕਟਮ ਬਲੇਮਿੰਗ, ਇਹ ਬੜਾ ਸੈਂਸਿਟਿਵ ਜਿਹਾ ਟੌਪਿਕ ਆ। ਅਸੀਂ ਜਿਹੜੀ ਇੰਟਰਨੈਸ਼ਨਲ ਮੂਵਮੈਂਟ ਵੀ ਹੈਗਾ ਸਾਡਾ SOS ਸਟੈਂਡਿੰਗ ਆਊਟ ਹੈ ਨਾ, ਜਿਹੜਾ ਹੈਗਾ SOS ਹੈਗਾ, ਜਿਹਦੀ ਮੈਂ ਇੰਡੀਅਨ ਅੰਬੈਸਡਰ ਹੈਗੀ ਹਾਂ, ਤੇ ਮੈਂ ਉਹਦੀ ਇੰਟਰੋਡਕਸ਼ਨ ਪਹਿਲਾਂ ਵੀ ਦਿੱਤੀ ਸੀਗੀ। ਸੋ ਉਹਦੇ ਵਿੱਚ ਵੀ ਇੱਕ ਸਾਡਾ ਜਿਹੜਾ ਮੇਨ ਟੌਪਿਕ ਹੈਗਾ ਉਹ ਹੈਗਾ ਵਿਕਟਮ ਬਲੇਮਿੰਗ। ਸੋ ਹੁਣ ਬਹੁਤੀਆਂ ਗੱਲਾਂ ਇੱਧਰ ਉੱਧਰ ਨਾ ਕਰਦੇ ਹੋਏ ਮੈਂ ਮੇਨ ਵਿਕਟਮ ਬਲੇਮਿੰਗ ਤੇ ਆਉਣੀ ਆ। ਵਿਕਟਮ ਬਲੇਮਿੰਗ ਬੇਸਿਕਲੀ ਕੀ ਹੁੰਦਾ ਆ? ਪੰਜਾਬੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਪੀੜਤ ਹੁੰਦਾ ਆ, ਪੀੜਤ ਨੂੰ ਉਹਦੇ ਖਿਲਾਫ ਹੋਏ ਗੁਨਾਹ ਦੇ ਲਈ ਜਾਂ ਜਿਹੜਾ ਉਹਦੇ ਤੇ ਜੁਰਮ ਹੋਇਆ ਹੁੰਦਾ, ਉਹਦੇ ਖਿਲਾਫ ਜਿਹੜਾ ਜੁਰਮ ਹੋਇਆ ਹੁੰਦਾ, ਉਸ ਜੁਰਮ ਦਾ ਅਸਲ ਕਾਰਨ ਉਸ ਵਿਕਟਮ ਨੂੰ ਦੱਸਣਾ ਹੁੰਦਾ ਵਿਕਟਮ ਬਲੇਮਿੰਗ। ਜਿਹੜੀ ਸਾਡੀ ਸੁਸਾਇਟੀ ਆ ਇਹਦੇ ਵਿੱਚ ਜ਼ਿਆਦਾਤਰ ਕੀ ਆ ਕਿ ਇਹ ਜਿਹੜਾ ਸਾਡਾ ਸੋਸ਼ਲ ਸਟਿਗਮਾ ਹੁੰਦਾ ਆ, ਮਤਲਬ ਜਾਂ ਜੋ ਸੁਸਾਇਟੀ ਦਾ ਮਾਈਂਡ ਸੈਟ ਆ, ਇਹ ਕੀ ਕਰਦੇ ਆ ਕਿ ਜਦੋਂ ਖਾਸ ਕਰਕੇ ਇਹ ਜਿਹੜਾ ਵਿਕਟਮ ਬਲੇਮਿੰਗ ਹੈ ਇਹ ਔਰਤਾਂ ਦੇ ਖਿਲਾਫ ਹੁੰਦੀ ਆ ਕਿ ਜੇ ਜੁਰਮ ਹੋਇਆ ਆ ਤਾਂ ਪੱਕਾ ਇਹਦਾ ਕੋਈ ਨਾ ਕੋਈ ਰੀਜ਼ਨ ਹੋਣਾ ਆ। ਇਹ ਜਿਵੇਂ ਮੈਂ ਐਗਜ਼ਾਮਪਲ ਦਿੰਨੀ ਆ, ਦਿੱਲੀ ਨਿਰਭਇਆ ਕਾਂਡ ਸਾਰਿਆਂ ਨੂੰ ਪਤਾ ਹੈ। ਰਾਤ ਨੂੰ ਕੁੜੀ ਦਾ ਰੇਪ ਹੋਇਆ ਤੇ ਸਾਰਿਆਂ ਵੱਲੋਂ ਇਹ ਆ ਅੱਛਾ ਉਹ ਰਾਤ ਨੂੰ ਕੀ ਕਰਦੀ ਸੀ, ਉਹ ਮੁੰਡੇ ਨਾਲ ਕਿਉਂ ਸੀ। ਸੋ ਉਹਨਾਂ ਨੇ ਉਸ ਜੁਰਮ ਤੋਂ ਧਿਆਨ ਹਟਾ ਕੇ ਉੱਥੇ ਦੀ, ਬਲਕਿ ਉਸ ਸਮੇਂ ਜੋ CM ਸੀਗੀ 2012 ਦੇ ਵਿੱਚ, ਉਹਨੇ ਇੱਥੇ ਤੱਕ ਬੋਲਤਾ ਸੀਗਾ ਕਿ ਕੁੜੀ ਰਾਤ ਨੂੰ ਘੁੰਮ ਫਿਰ ਕਿਉਂ ਰਹੀ ਸੀ, ਜੇ ਰਾਤ ਨੂੰ ਕੁੜੀਆਂ ਘੁੰਮਣ ਫਿਰਨਗੀਆਂ ਤਾਂ ਉਹ ਜੁਰਮ ਨੂੰ ਸੱਦਾ ਦੇਣਗੀਆਂ। ਮਤਲਬ ਅਸੀਂ ਜਿਹੜੀ ਇਹ ਅਪਰੋਚ ਆ, ਸਾਡੀ ਇਹ ਅਪਰੋਚ ਗਲਤ ਆ, ਸਾਡੀ ਸੁਸਾਇਟੀ ਦੀ ਇੱਥੇ ਹੋ ਗਿਆ ਵਿਕਟਮ ਬਲੇਮਿੰਗ। ਜੁਰਮ ਤੋਂ ਧਿਆਨ ਹਟ ਕੇ, ਠੀਕ ਹੈ, ਉਸ ਪਾਸੇ ਜਾਣਾ ਕਿ ਜੁਰਮ ਨੂੰ ਸੱਦਾ ਦਿੱਤਾ ਗਿਆ। ਕੁੜੀਆਂ ਦਾ ਰੇਪ ਹੁੰਦਾ, ਜੇ ਮਤਲਬ ਕਿਸੇ ਅਡਲਟ ਦਾ ਰੇਪ ਹੋ ਗਿਆ, ਬਜ਼ੁਰਗ ਦਾ ਮਤਲਬ ਵੱਡੀ ਉਮਰ ਦਾ ਰੇਪ ਹੋ ਗਿਆ, ਜਾਂ ਉਹਦੇ ਨਾਲ ਕੋਈ ਹੋਰ ਅਸੌਲਟ ਹੋ ਗਿਆ, ਜਾਂ ਈਵ ਟੀਜ਼ਿੰਗ ਹੋ ਗਈ, ਸਾਡੀ ਸਾਰਿਆਂ ਦੀ ਸੁਸਾਇਟੀ ਦੀ ਇੱਕ ਮਾਈਂਡ ਸੈਟ ਆ। ਚਲੋ
हाँ माइंडसैट आ, माइंडसैट की आ, माइंडसैट कहता आ इन्हां दे कपड़े नहीं ठीक हैगे, इन्हां दे रहना बहना नहीं सही हैगा। अच्छा ये मुंडियां दे विच करदियां की है, रात नूं तुर फिर क्यों रहीआं ने, जां मतलब उन्हां दी खाण पीण दीआं आदतां की आ, इन्हां चीज़ां करके ये जुर्म नूं सद्दा दिंदियां ने। सो ये हुंदी आ विक्टिम ब्लेमिंग। असी चलो मैं भी इस चीज़ नूं मनदी हाँ कि है ना खाइए मन भाउंदा पहनीए जग भाउंदा, क्योंकि सोसाइटी आ। पर ये हुण मैं उत्थे नाल ही तुहाडे एक एग्जाम्पल दूंगी जिन्हों मैं हमेशा बोलती हुंदी हाँ कि एक फॉरन कंट्री आ, वैसटर्न कंट्री देख लो, वैसटर्न कंट्री दियां बीचेस के उत्ते भी चलो साडा कल्चर वो नहीं अलाउ करता, मैं ये नहीं कह रही कि उवें होना चाहिए नहीं होना चाहिए, पर जिहड़ा साडा जो मतलब आप कह दईए कि उत्थे आ, उत्थे कुड़ियां बीचेस के उत्ते बिकनी पा के भी तुरियां फिरनगियां ना, कोई उन्हां वल गंदी नज़र नाल नहीं देखेगा। पर साडे जिहड़े इत्थे माइंडसैट आ ना वो इन्ना क बुरा आ कि कुड़ी दे जीन भी पाई होगी ना, ओदा भी अखां दे नाल स्कैन मतलब स्कैनिंग करदे अखां नाल रेप कर दिता जांदा आ। सो विक्टिम ब्लेमिंग दी जगह दे उत्ते जो होना चाहिदा आ, शायद हौली हौली अवेयरनैस आवे, हौली हौली साडे लोकां दा माइंडसैट चेंज होवे। तुसी कुड़ियां नूं मतलब बोलदे हो कि रात नूं बाहर क्यों गईयां, रात नूं फिल्म देखण क्यों गईयां, जां कुछ भी आ। जे मुंडियां दी पर्सनल लिबर्टी आ तां पर्सनल लिबर्टी कुड़ियां दी भी हैगी आ, ठीक। वैल्यूज़ आ साडी सोसाइटी दी, सारियां चीज़ां मनदे आ, पर गल जे जिथे इक्वल राइट्स दी आउंदी आ तां उत्थे तुसी जुर्म होया ते जुर्म नूं ये गल बोल के कि उन्हां दी गलती होनी आ ते उस जुर्म दे उत्ते पर्दा पाउणा जां उस चीज़ नूं पैसीफाई करना गलत आ, रैदर दैन तुहानूं ये करना चाहिदा कि जे आपां गल करिए साडे बॉयज़ ने जिहड़े असीं अपने मुंडियां नूं ये परवरिश क्यों नहीं दिंदे कि जे राह ते सड़क ते कोई प्रोस्टीट्यूट भी खड़ी है ना, पता नहीं किहड़ी मजबूरी दे विच ओह इहो जे राह दे उत्ते तुरी होनी आ, ठीक आ, उहनूं भी क्योंकि साडी जिहड़े धार्मिक ग्रंथ आ वो भी उहनां नूं इज्जत देण नूं कहंदे आ, ठीक। ते ओह पता नहीं किहड़ी मजबूरी दे विच उत्ते खड़ी होनी आ, ओहनूं तुसीं कोई नहीं हैगे भी उहनूं जज करो, बल्कि साडा किरदार इन्ना उच्चा सच्चा होना चाहिदा कि साडी नज़र दे विच मतलब पराई औरत मतलब पराई औरत, ते औरत दी इज्जत आ मतलब ये नहीं कि कोई सड़क ते रात नूं खड़ी है जां तुरी जांदी आ ओनूं असीं ओहदा करैक्टर असैस, मतलब मैं सिर्फ एग्जाम्पल दे के विक्टिम ब्लेमिंग समझाउण दी कोशिश कीती आ। हुण जदों भी कोल जिहड़े केसिस आउंदे ने है ना वो सारे मोस्टली इहो जे हुंदे आ, तां ही मेरा पर्पस सीगा कि अज आके मैं विक्टिम ब्लेमिंग ते बोलां कि जे हुण चाइल्ड अब्यूज़ हो गया छोटे, साडा फर्ज की है कि असीं उन्हां नूं प्रोटैक्ट करना। सो उन्हां नूं प्रोटैक्ट करना तो सब तो पहला किसी भी जिहड़ा भी जिन्हें जुर्म किया उन्होंने सज़ा देने तो पहला साडे लई की आ कि जिहड़ा वो विक्टिम आ ओहदी जिहड़ी हैगी आ मेंटल स्टेटस आ उहनूं ठीक करना, क्योंकि साडा जो लॉ भी आ जां साडीआं जिहड़ियां वैल्यूज़ भी आ वो भी की कहंदियां ने कि जिथे किते जुर्म हुंदा जुर्म नूं रोक के मुजरिम नूं सज़ा देने तो पहला साडे लई की है कि जिहड़ा विक्टिम आ उहनूं ठीक सही रखना, ठीक है जी। सो रिहैबिलिटेशन ते जिहड़ी ओहदी मेंटल स्टेट आ उहनूं सही रखना साडी पहली प्रायोरिटी हुंदी है। इसे लई जिहड़े चाइल्ड रेप विक्टिम्स हो गए जां वैसे जिहड़े रियल रेप विक्टिम्स हुंदे आ उहनां लई कंपनसेशन हुंदी है जिहड़ी उहनां नूं मिलदी आ, जो 50-50 लाख करोड़ रुपया तक भी कंपनसेशन आ उहनां नूं मिलदी आ जो अक्यूज पार्टी वालों पे कीती जांदी आ, ठीक। सो विक्टिम ब्लेमिंग दे नाल की हुंदा है कि पहली गल हुंदे आ उन्हां दे विच ओ जिहड़े असॉल्ट हुंदे आ ओ नोन वल्लों हुंदे ने, जिहड़े जानकार हुंदे आ, जिहड़े जान पछाण चों लोक हुंदे आ। ईवन चाहे आपां चाइल्ड अब्यूज़ नूं देख लीए, चाहे आपां वैसे जिहड़े असॉल्ट सेंट आ ओ जानकार लोक हुंदे आ, तां जानकार लोक हुंदे होए तां की गल बोली जांदी आ, मतलब मैं सिर्फ जो कोट आ वो हुंदी आ जे हसबैंड वाइफ दे विच असॉल्ट होया, मान लो हसबैंड मेरे को क्योंकि केस आया जिथे वाइफ दसदी है कि उहदा हसबैंड उहनूं उहदी कंसेंट तो बिना असॉल्ट करदा आ। हुण लोग कहंदे कि हसबैंड वाइफ आ फिर की आ, हसबैंड दा हक आ फलाना, हसबैंड दा किसी दा भी कोई भी हक दोनों दी मर्जी दे नाल आ, ठीक है। मैनूं शायद कुछ लेडीज़ भी सुन रहे मुंडे भी सुन रहे होने आ, मर्जी तो बिना हसबैंड भी अपनी वाइफ नूं टच नहीं कर सकदा हैगा, क्योंकि मर्जी मर्जी आ,
समझे तुसीं कंसेंट हुंदी आ, नो हुंदा आ। ये साडी नो ना समझण वाली जिहड़ी टेंडेंसी है ना लोकां दी, वो सिस्टम आ जिहड़ा खराब करदा आ। ते आपां क्योंकि आपां गल विक्टिम ब्लेमिंग दी कर रहे सीगे, ते मैं विच क्योंकि बहुत वास्ट आ टॉपिक, फिर कदे किधर नूं चले जाने आ। सो जिहड़ी जदों विक्टिम ब्लेमिंग हुंदी आ, उहदे नाल की हुंदा आ कि मैक्सीमम जिहड़े विक्टिम्स हुंदे ने वो हिम्मत ही नहीं कर पाउंदे अगे आउण दी। हुण जिवें पिछे जे जलंधर वाला केस होया सीगा, जिहड़ा मैं हैंडल कीता सीगा छोटी बच्ची वाला, ਉਹਦੇ ਵਿੱਚ ਸਾਰਿਆਂ ਨੇ ਬੋਲਿਆ ਕਿ ਜਦੋਂ ਉਹਦਾ ਭਰਾ, ਕਈ ਲੋਕਾਂ ਦੀ ਮਤਲਬ ਦਿਸ ਵਾਸ ਮੈਂਟੈਲਿਟੀ ਕਿ ਜਦੋਂ ਉਹਦਾ ਭਰਾ ਉਹਦੇ ਨਾਲ ਅਸੌਲਟ ਕਰਦਾ ਸੀ ਉਦੋਂ ਕਿਉਂ ਨਹੀਂ ਬੋਲੀ। ਪਹਿਲੀ ਗੱਲ ਆ ਜੀ, ਜਦੋਂ ਛੋਟੇ ਬੱਚੇ ਹੁੰਦੇ ਆ, ਮੋਸਟਲੀ ਇਹੀ ਚੀਜ਼ ਹੁੰਦੀ ਹੈ, ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਉਹਨਾਂ ਨਾਲ ਕੀ ਹੋ ਰਿਹਾ ਆ। ਜਦ ਸਮਝ ਹੀ ਨਹੀਂ ਹੋਊਗੀ ਬੰਦਾ ਬੋਲੂਗਾ ਕੀ। फिर दूजी गल हुंदी है जदों कुड़ियां जां ईवन मुंडे तां बिल्कुल ही नहीं बोल पाउंदे। पहलां आपां कुड़ियां दी गल करदे आ, जदों कुड़ियां नाल इहो जिहा असॉल्ट हुंदा वो बोल क्यों नहीं पाउंदियां हैगियां? उन्हां दे रीजनस की हुंदे आ? रीजनस उन्हां दे इह हुंदे आ कि सोशल जिहड़ा स्टिगमा आ, एक तां पहलां ही वो जिस ट्रॉमे तो गुजर रहीआं हुंदियां ने, जो ਉਹਦੇ ਨਾਲ ਹੁੰਦਾ ਆ, जो असॉल्ट होया हुंदा, ਉਹਦਾ टैरर ਉਹਦੇ दिमाग ਨੂੰ बहुत ज़्यादा अपसैट कर दिंदा आ। ठीक है जी। ਤੇ ਫਿਰ ਉਸ ਚੀਜ਼ ਕਰਕੇ ਉਹਦੇ ਅੰਦਰ ਨਾ ਇੱਕ ਕਾਈਂਡ ਆਫ ਗਿਲਟ ਆ ਜਾਂਦੀ ਆ, ਇੱਕ ਕਾਈਂਡ ਆਫ ਆਪਾਂ ਕਹਿ ਲਓ ਕਿ ਆਪਣੇ ਆਪ ਨੂੰ ਗੰਦਾ ਫੀਲ ਹੋਣ ਲੱਗ ਜਾਂਦਾ ਆ, ਉਹ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਆ ਇਨਸਾਨ ਜਿਹੜਾ ਵਿਕਟਮ ਹੁੰਦਾ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਅੱਛਾ, ਜਿਹੜੇ ਅਸੌਲਟ ਦੇ ਸ਼ਿਕਾਰ ਮੁੰਡੇ ਹੁੰਦੇ ਨੇ, ਪਹਿਲਾਂ ਛੋਟੇ ਬੱਚੇ ਲਾ ਲਓ, ਉਹ ਟੋਟਲੀ ਅਨਨੈਚੁਰਲ ਹੁੰਦਾ ਆ। ਉਹ ਇੰਨੇ ਅਪਸੈਟ ਹੋ ਜਾਂਦੇ ਨੇ, ਉਹਨਾਂ ਦੀ ਸਾਈਕੋਲੋਜੀ ਇਸ ਹੱਦ ਤੱਕ ਮਤਲਬ ਖਰਾਬ ਹੋ ਜਾਂਦੀ ਆ ਕਿ ਜੇ ਆਪਾਂ ਚਾਈਲਡ ਸੈਕਸ ਅਬਿਊਜ਼ ਦੀ ਗੱਲ ਕਰੀਏ, ਕੁੜੀਆਂ ਨਾਲੋਂ ਜ਼ਿਆਦਾ ਟਰੌਮੇ 'ਚ ਮੁੰਡੇ ਜਾਂਦੇ ਨੇ। ਰੀਜ਼ਨ ਕਿਉਂਕਿ ਮੁੰਡਿਆਂ ਨਾਲ ਇਹ ਘੱਟ ਹੁੰਦਾ ਤੇ ਟੋਟਲੀ ਅਨਐਕਸੈਪਟੇਬਲ ਹੁੰਦਾ। ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੁੰਦੀ ਕਿ ਸਾਡੇ ਨਾਲ ਅਸਲ ਦੇ ਵਿੱਚ ਹੋ ਕੀ ਰਿਹਾ ਆ। ਤੇ ਮੁੰਡੇ ਉਸ ਟਰੌਮੇ ਨੂੰ ਨਾ ਸਹਿੰਦੇ ਹੋਏ ਮੈਕਸੀਮਮ ਕੀ ਹੁੰਦਾ ਕਿ ਉਹ ਬੱਚੇ ਆ ਜਿਹੜੇ ਜਾਂ ਜਿਹੜਾ ਵੀ ਮੁੰਡਾ ਵੱਡੀ ਉਮਰ ਦਾ ਵੀ ਹੋਊਗਾ, ਉਹ ਨਾ ਮੈਕਸੀਮਮ ਸੁਸਾਈਡ ਕਰ ਜਾਂਦੇ ਨੇ। ਠੀਕ ਹੈ, ਬੋਲ ਨਹੀਂ ਪਾਉਂਦੇ ਹੈਗੇ ਤੇ ਉਹ ਕੰਨੀ ਕਤਰਾਉਣ ਲੱਗ ਜਾਂਦੇ ਆ, ਉਹ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ ਖੁੱਲ ਕੇ। ਠੀਕ ਹੈ ਜੀ। ਜਾਂ ਫਿਰ ਉਹਨਾਂ ਨੂੰ ਅਜੀਬ ਜਿਹੜੇ ਹੁੰਦੇ ਆ, ਉਹਨਾਂ ਨੂੰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੋ ਜਾਂਦਾ ਆ, ਜਿਹਦੇ ਵਿੱਚ ਉਹਨਾਂ ਨੂੰ ਕਾਈਂਡ ਆਫ ਦੌਰੇ ਪੈਣ ਲੱਗ ਜਾਂਦੇ ਆ, ਜਾਂ ਉਹ ਬਿਨਾਂ ਗੱਲ ਤੋਂ ਐਂਗਜ਼ਾਈਟੀ ਹੋ ਜਾਂਦੀ ਆ, ਪੈਨਿਕ ਹੋਣ ਲੱਗ ਜਾਂਦੇ ਆ, ਉਹਨਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਦੱਸਣ ਦਾ ਜਿਹੜਾ ਮੇਰਾ ਪਰਪਸ ਸੀਗਾ, ਉਹ ਪਰਪਸ ਇਹ ਆ ਕਿ ਸਾਡੀ ਸੁਸਾਇਟੀ ਨੂੰ ਆਪਣੀ ਸੋਚ ਵਿਕਟਮ ਬਲੇਮਿੰਗ ਤੋਂ ਛੱਡ ਕੇ, ਜਾਂ ਜਿਵੇਂ ਵੀ ਆਪਣੇ ਲੋਕ ਸੋਚਦੇ ਆ ਜੀ ਆਹ ਚੀਜ਼ ਆ ਉਹ ਚੀਜ਼ ਆ, ਮਤਲਬ ਆਦਤ ਬਣ ਗਈ ਆ ਨਾ ਵੇਲੇ ਬੈਠ ਕੇ ਆਪਣੀਆਂ ਆਪਾਂ ਨੂੰ ਜਜਮੈਂਟ ਦੇਣ ਦੀ, ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਸੋਸ਼ਲ ਰਿਸਪੌਂਸਿਬਿਲਿਟੀ ਆ ਸਾਡੀ ਸੁਸਾਇਟੀ ਦੀ ਕਿ ਸਾਨੂੰ ਜੱਜ ਨਹੀਂ ਕਰਨਾ ਚਾਹੀਦਾ। ਜਦੋਂ ਲੋਕ ਜੱਜ ਕਰਨ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਕਈ ਕੇਸਿਸ ਫੇਕ ਹੁੰਦੇ ਨੇ, ਪਰ ਹਰ ਕੇਸ ਫੇਕ ਨਹੀਂ ਹੁੰਦਾ। ਜਿਹੜੇ ਅਸਲ ਕੇਸ ਹੁੰਦੇ ਆ ਉਹ ਮੋਸਟਲੀ ਆਉਂਦੇ ਨਹੀਂ। ਠੀਕ ਆ। ਸੋ ਇਹ ਜਿਹੜਾ ਇਫੈਕਟ ਹੁੰਦਾ, ਇਸ ਇਫੈਕਟ ਕਰਕੇ ਕੀ ਆ ਕਿ ਕੇਸ ਰਜਿਸਟਰਡ ਨਹੀਂ ਹੁੰਦੇ। ਠੀਕ, मैं दस्सिया ही है कि पोस्ट ट्रामेटिक डिसऑर्डर हो जाता है, वो जोड़ा हॉरीबल एक्ट मतलब एक्ट होया हुंदा उस चों बाहर नहीं आ पाते, जेड़े उन्हां दी जेड़ी फ्यूचर जेड़ी लाइफ हुंदी आ वो स्पॉयल हो जाती आ। हुण जदों कुड़ी दे नाल जे कोई इहो जिहा कुछ हुंदा, छोटी आ जां वड्डी आ, उहनूं कह दित्ता जांदा तेरा विआह नहीं। हुण मेरे कोल ना जदों मानसे दा केस सीगा ਤਾਂ ਉਹਦੀ ਬੱਚੇ ਦੀ ਮਦਰ, ਬੱਚੀ ਦੀ ਮਦਰ ਤੇ 3.5 ਸਾਲ ਦੀ ਬੱਚੀ ਸੀਗੀ, ਉਹਦੀ ਮਦਰ ਨੂੰ ਉਹਦੇ ਗਵਾਂਢੀ ਕਹਿੰਦੇ ਤੁਸੀਂ ਨਾ ਇਸ ਮਸਲੇ ਨੂੰ ਇੱਥੇ ਖਤਮ ਕਰ ਦਿਓ, ਜੇ ਤੁਸੀਂ ਇਸ ਮਸਲੇ ਨੂੰ ਕੇਸ ਕੋਰਟਾਂ ਕਚਹਿਰੀਆਂ ਤੱਕ ਲੈ ਕੇ ਜਾਓਗੇ, ਕੱਲ ਨੂੰ ਬੱਚੀ ਵੱਡੀ ਹੋਊਗੀ ਉਹਦਾ ਵਿਆਹ ਨਹੀਂ ਹੋਣਾ। ਬੱਚੀ 3.5 ਸਾਲ ਦੀ ਆ, ਵਿਆਹ ਦੀ ਫਿਕਰ ਪੈ ਗਈ। ਇਹੀ ਚੀਜ਼ ਹੋਈ ਜਲੰਧਰ ਵਾਲੇ ਕੇਸ ਦੇ ਵਿੱਚ, ਇਹੀ ਚੀਜ਼ ਵਾਂ ਵਾਲੇ ਕੇਸ ਦੇ ਵਿੱਚ ਹੋਈ। ਜਿਹੜਾ ਮੈਂ ਦੱਸਿਆ ਸੀ ਪਿੰਡ ਵਾਂ ਵਾਲਾ, ਉਹਦੀ ਵੀ ਆਲਮੋਸਟ ਇਨਵੈਸਟੀਗੇਸ਼ਨ ਫਿਨਿਸ਼ ਹੋਣ ਵਾਲੀ, ਉੱਥੇ ਵੀ ਹੁਣ FIR ਰਜਿਸਟਰ ਹੋ ਜੂਗੀ। ਠੀਕ, ਸੋ ਉੱਥੇ ਵੀ ਇਹੋ ਚੀਜ਼ ਹੋਈ ਕਿ ਜਦੋਂ ਕਿਤੇ ਕੁੜੀ ਵਾਲਾ ਕੇਸ ਹੁੰਦਾ ਕਹਿਣਗੇ ਜੀ ਕੁੜੀ ਦਾ ਵਿਆਹ ਨਹੀਂ ਹੋਊਗਾ, ਕੁੜੀ ਨੂੰ ਸੁਸਾਇਟੀ ਗਲਤ ਨਜ਼ਰ ਨਾਲ ਦੇਖਣ ਲੱਗ ਜਾਂਦੀ ਆ।
ठीक है। विक्टम इज द विक्टम। फिर हुण आपां आ जाओ, देखो मैं भी इस चीज़ के उत्ते करदी हाँ कि जो डोमैसटिक वायलेंस हुंदी है, डोमैसटिक वायलेंस दे विच डोमैसटिक वायलेंस के जिहड़े DB एक्ट दे हो गए जां डॉरी एक्ट के जिहड़े लॉज ने उन्हां दा कुड़ियां वल्लों मिसयूज हुंदा आ। आई एम 100% एग्री इस चीज़ से, है ना, मैं मानती हाँ इस चीज़ नूं। बट जिथे इस चीज़ का नहीं हुंदा उत्थे भी कुड़ियां नूं बिना गल तो गुनाहगार ये बोल दिता जाता। मान लो जस्ट सपोज, है ना, एक कुड़ी दा एक जगह ते विआह होया, बंदा गलत मिल गया, दूजी जगह ते विआह होया, यार किस्मत नाल वो बंदा भी गलत मिल गया, फिर तीजी जगह ते घरदियां ने कोशिश की, पहला तो आप ही मेरे को एक इदां दा केस भी हैगा, है ना, वो कुड़ी सच्ची मुच्ची मतलब मैं वेरीफाई किया, पहला मैं भी शक नाल देखिया, वेरीफाई किया, कुड़ी बिल्कुल सही आ, ठीक है। वो दूजी जगह के उत्ते विआही गई, फिर वो कॉम्प्रोमाइज़ करन लग गई कि नहीं मेरा दूजी बार विआह होया, मैं मतलब नहीं हाँ, पर वो मुंडे ने उस चीज़ का नजायज़ फायदा चक के वो बाहर चलिया गया उहदे बेसिस ते। सो इहो जिहियां जिहड़ियां गल्लां ने ये चीज़ां भी हुंदियां ने, ते उहदे विच भी सोसाइटी पता की कहंदी आ, इहदा रिश्ता टुटिया आ, इहदा डाइवोर्स हो गया, कुड़ी दी गलती होनी आ, मुंडे दा कसूर कदे नहीं कढदे हैगे, ठीक आ। मैनू ही नहीं समझ आती साडी जिहड़ी सोसाइटी आ इनू ये हक किने दिता हैगा ये गल्लां बोलण दा। सो साडी मेरा इत्थे लाइव आके बोलण दा भी बेसिक परपज़ यही आ कि शायद सारियां दे नहीं किसी ना किसी दे दिमाग दे उत्ते तां ये गल जाएगी कि ये जिहड़ी विक्टम बलेमिंग है सानू बंद करनी चाहिए। तुसीं तां अपने एक बयानबाजी करती, तुहाडी बयानबाजी दा असर किस हद तक जाना है किसी दे उत्ते, ये सोचण वाली गल हुंदी आ। जदों विक्टम बलेमिंग करदे हो मैं पहले ही दस्सिया कि उस चीज़ दा इफैक्ट की हुंदा आ, ठीक आ। उस इफैक्ट दे करके वो मैंटल ट्रॉमे च चले जाते हैं, ठीक आ। सोशल शेम उन्होंने फील होने, काइंड ऑफ गिल्ट दे विच आ जाते हैं। वो गिल्ट नूं कौन दूर करूगा? मैं इहो जे मतलब कुड़ियां नूं जानदी हां जिहड़ियां जे म्यूचुअल रिलेशनशिप दे विच भी गईयां वो अपने आप नूं टोटली अपसैट फील करन लग जांदियां ने, ठीक आ। जिहड़ियां कुड़ियां नाल इहो जिहा कुछ होया उन्हां दी एंगजाइटी इस लैवल तक दी हुंदी है कि वो सारा दिन वॉशरूम च वड़ के अपने आप नूं धोंदे रहणगे, किसी ने बांह टच की गलत तरीके नाल टच किया, अपनी बांह नूं अपने मतलब शरीर नूं धोई जाणगे कि मेरा शरीर गंदा हो गया बिकॉज दैट परसन टचड मी विदाउट माई परमिशन, ठीक। सो ये चीज़ां ना अंडरस्टैंड करन दी लोड़ आ सानू। जे असी अपनी सोसाइटी नूं सही बनाउणा आ तां सानू हरेक दी मैंटल स्टेटस नूं समझना पऊगा, ते जिहड़ा जुर्म आ जुर्म नूं जुर्म होके देखना पऊगा। सानू अपनियां जजमेंट देनियां बंद करनियां पैणगियां। जदों साडे लोग जजमेंट दिंदे ने उहदे करके तुसीं तां अपने लोकां ने की आ, जे आपां जस्ट फॉर एग्जाम्पल है ना कि आपां एक फेसबुक दे उत्ते लाइव पाया जां ते आके बोलता ते कमेंट ही दिता आ, वो थोड़ी एक कमेंट दा की पता किसी ते इन्ना माड़ा असर हो जाना कि वो जिहड़ी भी लेडी आ जां वो बंदा आ वो सुसाइड करन तक चलिया जावे, किसी की जिंदगी तबाह हो जाए। पर यही आ कि जे तुसी उसनूं पॉजिटिव वे नाल लाओगे तो किसी की जिंदगी बच सकती आ। सो मेरा लाइव आउण दा विक्टम बलेमिंग दे उत्ते परपज़ यही सीगा कि विक्टम बलेमिंग बंद करनी चाहिदी आ, चीज़ां नूं समझना चाहिदा आ तां कि जो है सिचुएशन उन्होंने सही तरीके नाल हैंडल किया जाए। अज वो टाइम नहीं हैगा कि असी साइकोलॉजी आ जिहड़ी उन्होंने इग्नोर कर दईए, सानू सारियां नूं साइकोलॉजी अंडरस्टैंड करनी पऊगी। मैनू पता बहुते लोगों ते इस गल का असर नहीं होगा, पर मेरा मकसद है कि मेरे को अगर सोशल मीडिया के उत्ते एक स्ट्रोंग ऑडियंस हैगी आ तां मैं हमेशा यह टॉपिक के उत्ते गल करदी रहां ताकि एक ते नहीं दो ते नहीं किसी दे उत्ते दा असर होगा। दूजी गल मैं जेड़े भी विक्टम्स होंदे आ उन्हां नूं ये गल कहूँगी कि जे तुहानूं इहो जिहियां चीज़ां हुंदियां ने तुहानूं किसी दियां भी गल्लां नूं अपने मन दे उत्ते लाउण दी लोड़ नहींगी। तुहाडा जो ध्यान आ सिर्फ तुहाडे टारगेट ते होना चाहिदा आ। ते एक मापिआं नूं कि जे बच्चा चाहे वो कुड़ी है चाहे मुंडा जां कोई भी है जो भी विक्टम बनदा आ, ਜਿਹੜਾ भी विक्टम बनता है उस पासे थोनों मतलब उन्होंने सोसाइटी का पॉइंट ऑफ व्यू साइड ते रख के थोनों दी साइकोलॉजी नूं अंडरस्टैंड करके चलना चाहिए आ। दूजी गल हैगी आ कि थोनों उहदी रिहैबिलिटेशन ते ध्यान देना पऊगा। थोनों ये देख के कि लोग की बोलते आ, सोशल स्टिग्मा की आ, दुनिया की बोलण वाली आ, ये सारियां चीज़ां नूं साइड ते रख के थोनों हौसले नाल ही करना पऊगा कि दुनिया जो कहंदी आ कहण दे, मैं की करना मैनूं पता है, मैं सही हाँ तो मैं सही होके चलना आ। सो ये विक्टम दे मन दे विच पाउणा पऊगा, उहदे अंदर वो जिहड़ी फाइटिंग स्पिरिट है ना वो लियाउणी पऊगी ताकि उहनूं लड़न दे लई किसी की लोड़ ना पवे, वो अपने आप अपने लिए स्ट्रोंग होके लड़न नूं तैयार होवे, ठीक है जी। सो ये चीज़ां जिहड़ियां हैगियां ने साडे लिए बहुत ज़्यादा जरूरी ने समझणियां, ते उम्मीद आ कि ये गल्लां नूं जिहड़े भी समझ सकदे आ वो समझणगे
ਤੇ ਜੋ ਜ਼ਿੰਦਗੀ 'ਚ ਇਹਨੂੰ ਅਪਲਾਈ ਕਰ ਸਕਦੇ ਇਹਨੂੰ ਅਪਲਾਈ ਕਰਨਗੇ ਤੇ ਵਿਕਟਮ ਬਲੇਮਿੰਗ ਨੂੰ ਅਸੀਂ ਬੰਦ ਕਰਕੇ ਇੱਕ ਆਪਣੀ ਜਿਹੜੀ ਸੁਸਾਇਟੀ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਅਸੀਂ ਜਿਹੜੇ ਵੈਸਟਰਨ ਕੰਟਰੀਜ਼ ਆ ਉਹਨਾਂ ਦੀਆਂ ਮਾੜੀਆਂ ਚੀਜ਼ਾਂ ਬੜੀ ਜਲਦੀ ਅਡਾਪਟ ਕਰਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਜਿਹੜੀ ਉਹ ਸਾਈਕੋਲੋਜੀ ਦੇ ਉੱਤੇ ਧਿਆਨ ਦਿੰਦੇ ਆ ਉਹਦੇ ਤੇ ਅਸੀਂ ਧਿਆਨ ਨਹੀਂ ਦਿੰਦੇ। ਸੋ ਇਹਨਾਂ ਚੀਜ਼ਾਂ ਤੇ ਮਤਲਬ ਧਿਆਨ ਦੇਣ ਦੀ ਲੋੜ ਆ। ਦੂਜੀ ਗੱਲ, ਇੱਕ ਗੱਲ ਹੋਰ ਹੁੰਦੀ ਆ, ਜਿਵੇਂ ਦੋ ਮੁੰਡਾ ਕੁੜੀ ਦਾ ਰਿਲੇਸ਼ਨ ਆ ਜਾਂ ਕੋਈ ਵੀ ਚੀਜ਼ ਆ ਹੈ ਨਾ, ਉਹਦੇ 'ਚ ਇੱਕ ਚੀਜ਼ ਇਹ ਵੀ ਮੰਨੀ ਜਾਂਦੀ ਆ ਕਿ ਜੇ ਮਤਲਬ ਇਹ ਵੀ ਉਲਟਾ ਆ ਕਿ ਮੁੰਡਾ ਕੁੜੀ ਦੋ ਜਣੇ, ਮੁੰਡਾ ਸ਼ਰੀਫ ਹੋ ਸਕਦਾ ਆ ਤੇ ਕੁੜੀ ਨੇ ਉਹਦੇ ਤੇ ਇਲਜ਼ਾਮ ਲਾਤਾ। ਕੁੜੀ ਨੇ ਜਦੋਂ ਮੁੰਡੇ ਦੇ ਉੱਤੇ ਇਲਜ਼ਾਮ ਲਾਤਾ ਤਾਂ ਆਪਣੇ ਜਿਹੜੇ ਲੋਕਾਂ ਦੇ ਮਾਈਂਡ ਸੈਟ ਆ ਜੀ ਮੁੰਡਾ ਆ ਤਾਂ ਮੁੰਡਾ ਗਲਤ ਹੀ ਹੋਊਗਾ, ਮੁੰਡੇ ਨੇ ਛੇੜਿਆ ਹੀ ਹੋਣਾ ਕੁੜੀ ਨੂੰ। ਇਹ ਚੀਜ਼ ਵੀ ਗਲਤ ਆ। ਬਹੁਤ ਜਗ੍ਹਾ ਤੇ ਕੁੜੀਆਂ ਵੀ ਗਲਤ ਹੁੰਦੀਆਂ ਨੇ, ਸਾਨੂੰ ਉਸ ਪਾਸੇ ਵੀ ਧਿਆਨ ਦੇਣਾ ਪਊਗਾ। ਸੋ ਹਰ ਜਗ੍ਹਾ ਦੇ ਉੱਤੇ ਕੁੜੀ ਸਹੀ ਨਹੀਂ ਹੋ ਸਕਦੀ, ਹਰ ਜਗ੍ਹਾ ਤੇ ਮੁੰਡਾ ਸਹੀ ਨਹੀਂ ਹੋ ਸਕਦਾ। ਸੋ ਸਾਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਬੈਲੈਂਸ ਕਰਨਾ ਪਊਗਾ। ਮੈਂ ਉਹੀ ਗੱਲ ਕਹਿੰਦੀ ਆ ਕਿ ਆਪਦੀ ਜੱਜਮੈਂਟ ਦੇਣ ਤੋਂ ਪਹਿਲਾਂ ਸਾਨੂੰ ਬੈਲੈਂਸ ਕਰਕੇ ਚੀਜ਼ਾਂ ਵੈਰੀਫਾਈ ਕਰਨੀਆਂ ਪੈਣਗੀਆਂ ਕਿ ਅਸਲ ਸਹੀ ਗੱਲ ਕੀ ਆ, ਗਲਤ ਗੱਲ ਕੀ ਆ। ਸੋ ਜਦ ਤੱਕ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਨਹੀਂ ਚੱਲਾਂਗੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਕਦੇ ਵੀ ਸੌਰਟ ਆਊਟ ਨਹੀਂ ਹੋਣਗੀਆਂ। ਤੇ ਜੇ ਅਸੀਂ ਇੱਕ ਬੈਟਰ ਸੁਸਾਇਟੀ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹਾਂ, ਅਸੀਂ ਆਪਣੇ ਪੰਜਾਬ ਨੂੰ, ਆਪਣੀ ਸੁਸਾਇਟੀ ਨੂੰ ਅੱਗੇ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਫਿਰ ਤੁਹਾਨੂੰ, ਸਾਨੂੰ ਸਭ ਨੂੰ ਇਹ ਗੱਲ ਸੋਚਣੀ ਪਊਗੀ ਕਿ ਸਾਡੀ ਪਹਿਲਾਂ ਜਿਹੜੀ ਸਾਈਕੋਲੋਜੀ ਆ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਆ। ਸਾਨੂੰ ਮਤਲਬ ਇੱਕ ਵਿਕਟਮ ਦੀ ਵੀ, ਸਾਨੂੰ ਇੱਕ ਅਕਿਊਜ਼ ਦੀ ਵੀ ਜਿਹੜੀ ਸਾਈਕੋਲੋਜੀ ਆ ਉਹਨੂੰ ਅੰਡਰਸਟੈਂਡ ਕਰਨਾ ਪਊਗਾ। ਸੋ ਇਹ ਚੀਜ਼ਾਂ ਜ਼ਰੂਰੀ ਡਿਸਕਸ਼ਨ ਸੀਗੀਆਂ ਤਾਂ ਕਰਕੇ ਮੈਂ ਕੀਤੀ ਆ। ਨੈਕਸਟ ਸੰਡੇ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਡਿਸਕਸ਼ਨ ਕਰਾਂਗੇ। ਮੇਰੀ ਮੋਸਟਲੀ ਹੈਗਾ ਆ ਕਿ ਮੈਂ ਨੈਕਸਟ ਜਿਹੜਾ ਵੀਕ ਹੈਗਾ ਆ ਉਹਦੇ ਤੇ ਨਾ ਮੈਂ ਚਾਈਲਡ ਮੈਰਿਜ ਦੇ ਉੱਤੇ ਗੱਲ ਕਰਾਂਗੀ, ਚਾਈਲਡ ਮੈਰਿਜ ਦਾ, ਕਿਉਂਕਿ ਚਾਈਲਡ ਮੈਰਿਜ ਦਾ ਹੁਣੀ ਇੱਕ ਕੇਸ ਵੀ ਆਇਆ ਆ। ਸੋ ਉਹਦੇ ਤੇ ਕੰਮ ਕਰਨਾ ਆ। ਤੇ ਬਸ, ਤੇ ਕੁਝ ਲੋਕਾਂ ਦੀ ਕੁਐਰੀ ਸੀਗੀ ਕਿ ਜਲੰਧਰ ਵਾਲੇ ਕੇਸ ਦਾ ਕੀ ਬਣਿਆ ਜੀ। FIR ਰਜਿਸਟਰ ਹੋ ਗਈ ਆ ਪਰ ਮੁੰਡਾ ਹਾਲੇ ਤੱਕ ਮਲੇਸ਼ੀਆ ਆ। ਮਲੇਸ਼ੀਆ ਦੇ ਕੁਝ ਲੋਕ ਹੈਗੇ ਜਿਨ੍ਹਾਂ ਨੂੰ ਮੈਂ ਭੇਜਿਆ ਸੀਗਾ, ਉਹਦੀ LOC ਹੋ ਗਈ ਆ। ਤੇ ਜਿਹੜਾ ਮਲੇਸ਼ੀਆ ਦੇ ਵਿੱਚ ਮੈਂ ਰਿਪੋਰਟ ਭੇਜੀ ਸੀਗੀ ਕੁਛ, ਪਰ ਉਹਨਾਂ ਨੇ ਅੱਗੋਂ ਕੋਈ ਹਲੇ ਰਿਪਲਾਈ ਨਹੀਂ ਕੀਤਾ। ਸਾਨੂੰ ਹੈਗਾ ਉਹਨੂੰ ਮਲੇਸ਼ੀਆ ਤੋਂ ਹੀ ਫੜ ਲਿਆ ਜਾਵੇ, ਪਰ ਉਹ ਸਤਰਕ ਹੋ ਗਿਆ ਆ ਤੇ ਕੁੜੀ ਦੇ ਜਿਹੜੇ ਪੇਰੈਂਟਸ ਆ ਉਹਦਾ ਸਾਥ ਦੇ ਰਹੇ ਆ। ਸੋ ਮੇਰੀ ਇਹੀ ਆ ਮਾਪਿਆਂ ਨੂੰ ਉਮੀਦ ਆ, ਅਪੀਲ ਆ ਕਿ ਤੁਸੀਂ ਨਾ ਆਪਣੇ ਬੱਚਿਆਂ ਦੀ ਸਾਈਕੋਲੋਜੀ ਅੰਡਰਸਟੈਂਡ ਕਰਕੇ ਉਹਨਾਂ ਦਾ ਸਾਥ ਦੇਵੋ, ਨਾ ਕਿ ਗੱਲਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋ। ਸਿਰਫ ਇੰਨੀ ਗੱਲ ਦੇਖਿਓ ਕਿ ਜਦੋਂ ਜੁਰਮ ਨੂੰ ਦੱਬਿਆ ਜਾਂਦਾ ਆ, ਮੁਜਰਮ ਬਚਦਾ ਤਾਂ ਉਹਦਾ ਹੌਸਲਾ ਹੋਰ ਦੁੱਗਣਾ ਚੌਗਣਾ ਹੋ ਜਾਂਦਾ ਤੇ ਉਹ ਦੁਬਾਰਾ ਜੁਰਮ ਕਰਦਾ ਆ। ਸੋ ਜੁਰਮ ਨੂੰ ਦੇਖ ਕੇ ਚੁੱਪ ਨਹੀਂ ਰਹਿਣਾ ਹੈਗਾ, ਜੁਰਮ ਦਾ ਵਿਰੋਧ ਕਰਨਾ ਆ ਤੇ ਮੁਜਰਮ ਨੂੰ ਸਜ਼ਾ ਦਿਵਾਉਣੀ ਆ। ਇਹ ਸਾਡਾ ਫਰਜ਼ ਹੋਣਾ ਚਾਹੀਦਾ ਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।